ਹੈਲੋ ਸਟੂਡੈਂਟਸ, ਨਿਊ ਕਲਾਸਿਸ ਈ-ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅਸੀਂ ਜਿਵੇਂ ਕਿ ਪਹਿਲੀਆਂ 5 ਕਲਾਸਾਂ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਤੱਕ ਦਾ ਮਤਲਬ ਟਾਈਮ ਪੀਰੀਅਡ ਪੜ੍ਹ ਚੁੱਕੇ ਹਾਂ ਤੇ ਹੁਣ ਅਸੀਂ ਅੱਗੇ ਆਰੀਅਨਸ ਬਾਰੇ ਤੇ ਵੈਦਿਕ ਏਜ ਬਾਰੇ ਗੱਲ ਕਰਦੇ ਹਾਂ। ਜੇਕਰ ਸਾਨੂੰ ਪੁੱਛਿਆ ਜਾਏ ਜਿਹੜੇ ਆਰੀਅਨ ਸੀ ਇਹ ਕਿੱਥੋਂ ਆਏ ਸੀ ਤਾਂ ਇਹਦਾ ਤੁਸੀਂ ਜਵਾਬ ਦਿਓ ਕਿ ਜਿਹੜੇ ਆਰੀਅਨ ਸੀ ਦੇ ਕੇਮ ਫਰੋਮ ਸੈਂਟਰਲ ਏਸ਼ੀਆ। ਇਹ ਚੀਜ਼ ਮੰਨੀ ਗਈ ਕਿ ਜਿਹੜੇ ਆਰੀਅਨ ਸੀ ਇਹ ਸੈਂਟਰਲ ਏਸ਼ੀਆ ਤੋਂ ਆਏ ਸੀਗੇ। ਠੀਕ ਹੈ ਸਟੂਡੈਂਟਸ, ਤੇ ਇਸ ਤੋਂ ਇਲਾਵਾ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਜਿਹੜਾ ਆਰੀਅਨ ਵਰਡ ਹੈ ਇਹਦਾ ਮੀਨਿੰਗ ਕੀ ਹੈ। ਆਰੀਅਨਸ ਮੀਨਿੰਗ, ਅਗਰ ਆਰੀਅਨਸ ਮੀਨਿੰਗ ਤੁਹਾਨੂੰ ਪੁੱਛਿਆ ਜਾਵੇਗਾ ਤਾਂ ਇਹਦਾ ਮੀਨਿੰਗ ਹੁੰਦਾ ਹੈ ਹਾਈ ਬਰਥ ਜਾਂ ਫਿਰ ਉੱਚ ਕੋਟੀ ਦੇ ਲੋਕ। ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਉੱਚ ਕੋਟੀ ਦੇ ਲੋਕ। ਇਸ ਤੋਂ ਇਲਾਵਾ ਇਹਨਾਂ ਨੂੰ ਉੱਤਮ ਵੀ ਕਿਹਾ ਜਾਂਦਾ, ਯਾਨੀ ਉੱਤਮ ਕੋਟੀ ਦੇ ਲੋਕ। ਇਹ ਚੀਜ਼ਾਂ ਵੀ ਤੁਸੀਂ ਨਾਲ ਹੀ ਨੋਟ ਕਰ ਲਓ। ਜਾਂ ਫਿਰ ਉੱਤਮ। ਠੀਕ ਹੈ ਸਟੂਡੈਂਟਸ, ਤੇ ਜਿਹੜੇ ਇਹ ਆਰੀਅਨ ਸੀ ਇਹ ਇੰਡੋ ਗ੍ਰੀਕ ਸੀਗੇ। ਇਹ ਸੀਗੇ ਇੰਡੋ ਗ੍ਰੀਕ। ਅਗਰ ਇਹਨਾਂ ਦੀ ਲੈਂਗੁਏਜ ਪੁੱਛੀ ਜਾਵੇ ਤਾਂ ਜਿਹੜੀ ਇਹਨਾਂ ਦੀ ਲੈਂਗੁਏਜ ਸੀ ਉਹ ਸੀਗੀ ਇੰਡੋ ਯੂਰਪੀਅਨ। ਠੀਕ ਹੈ ਜੀ। ਜਿਹੜੇ ਮੈਕਸ ਮੁਲਰ ਸੀ, ਮੈਕਸ ਮੁਲਰ ਨੇ ਕਿਹਾ ਸੀ ਆਰੀਅਨਸ ਇੱਕ ਨਸਲ ਹੈ। ਰੇਸ ਮੀਨਸ ਹੁੰਦਾ ਨਸਲ। ਠੀਕ ਹੈ ਸਟੂਡੈਂਟਸ, ਇਸ ਤੋਂ ਇਲਾਵਾ ਤੁਹਾਨੂੰ ਪੁੱਛਿਆ ਜਿਹੜੇ ਇਹ ਆਰੀਅਨ ਸੀ ਇਹ ਕਿਹਾ ਜਾਂਦਾ ਕਿ ਆਰੀਅਨ ਸਭ ਤੋਂ ਪਹਿਲਾਂ ਆ ਕੇ ਸਿੰਧੂ ਘਾਟੀ ਏਰੀਆ 'ਚ ਵਸੇ ਸੀਗੇ ਤੇ ਜਿਹੜੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਇਹਨਾਂ ਨੇ ਦਾਸਿਯੂ ਕਹਿ ਕੇ ਬੁਲਾਇਆ ਸੀ। Next. Audience called the people of ਆਈਸ। ਇੰਡਸ ਵੈਲੀ ਸਿਵਲਾਈਜੇਸ਼ਨ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਆਰੀਅਨਸ ਜਿਹੜੇ ਸੀਗੇ ਉਹਨਾਂ ਨੇ ਦਾਸਿਯੂ ਕਹਿ ਕੇ ਬੁਲਾਇਆ ਸੀਗਾ। ਦਾਸਿਯੂ।
ठीक है स्टूडेंट्स। ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕਾਂ ਨੂੰ ਮਾਰ ਕੇ ਆਪ ਉਹਨਾਂ ਦੀ ਜਗ੍ਹਾ ਤੇ ਆ ਕੇ ਵਸ ਗਿਆ ਸੀ। ठीक है स्टूडेंट्स। तो ਜਿਹੜੇ ਸਿੰਧੂ ਘਾਟੀ ਦੇ ਲੋਕ ਸੀ, ਸਿੰਧੂ ਘਾਟੀ ਵਾਲਾ ਏਰੀਆ ਸੀਗਾ, ਉਹਨਾਂ ਨੂੰ ਜਿਹੜੇ ਆਰੀਅਨ ਸੀ ਇਹਨਾਂ ਨੇ ਬ੍ਰਹਮਵਰਤ ਕਹਿ ਕੇ ਬੁਲਾਇਆ ਸੀ, ਤੇ ਜਿਹੜਾ ਗੰਗਾ ਨਦੀ ਵਾਲਾ ਏਰੀਆ ਸੀ ਉਹਨੂੰ ਆਰਿਆਵਰਤ ਕਹਿ ਕੇ ਬੁਲਾਇਆ ਸੀਗਾ। ਥੋੜਾ ਜਿਹਾ ਅਸੀਂ ਇਹ ਮੈਪ ਰਾਹੀਂ ਸਮਝਦੇ ਹਾਂ ਕਿ ਕਿਹੜਾ ਕਿਹੜਾ ਏਰੀਆ ਸੀਗਾ। ਅਸੀਂ ਥੋੜਾ ਰਫਲੀ ਜਿਹਾ ਮੈਪ ਬਣਾਇਆ ਇਹਦੇ 'ਚ ਅਸੀਂ ਸਮਝਾਂਗੇ ਕਿ ਜਿਹੜਾ ਆਹ ਵਾਲਾ ਏਰੀਆ ਸੀਗਾ, ਆਹ ਵਾਲਾ ਏਰੀਆ ਸੀ, ਇਹ ਸੀਗਾ ਸਿੰਧੂ ਘਾਟੀ ਵਾਲਾ ਏਰੀਆ, ਤੇ ਇਸ ਨੂੰ ਆਰੀਅਨਸ ਲੋਕਾਂ ਨੇ ਬ੍ਰਹਮਵਰਤ ਕਿਹਾ ਸੀਗਾ, ਬ੍ਰਹਮਵਰਤ। ਠੀਕ ਹੈ, ਇਹ ਹੈਗਾ IVC ਵਾਲਾ ਏਰੀਆ ਯਾਨੀ ਸਿੰਧੂ ਘਾਟੀ ਵਾਲਾ ਏਰੀਆ। ਫਿਰ ਦੂਸਰੀ ਸਾਈਡ ਗੰਗਾ ਨਦੀ ਵਾਲਾ ਏਰੀਆ ਦੀ ਗੱਲ ਕਰੀਏ ਤਾਂ ਇਹਦੇ 'ਚ ਆਹ ਵਾਲਾ ਏਰੀਆ ਆਊਗਾ, ਇਹ ਹੈਗਾ ਗੰਗਾ ਵਾਲਾ ਏਰੀਆ, ਗੰਗਾ ਵਾਲਾ ਏਰੀਆ। ਠੀਕ ਹੈ, ਤੇ ਇਹਨਾਂ ਨੂੰ ਜਿਹੜੇ ਆਰੀਅਨ ਸੀ ਉਹਨਾਂ ਨੇ ਆਰਿਆਵਰਤ ਦੇ ਨਾਮ ਨਾਲ ਬੁਲਾਇਆ ਸੀਗਾ। ਠੀਕ ਹੈ ਸਟੂਡੈਂਟਸ। ਤੇ ਉਹਨਾਂ ਨੇ ਜਿਹੜਾ ਪੰਜਾਬ ਖੇਤਰ ਸੀਗਾ ਉਹਨੂੰ ਸਪਤ ਸਿੰਧੂ ਕਹਿ ਕੇ ਬੁਲਾਇਆ ਸੀਗਾ। ਜਿਹੜਾ ਸਪਤ ਸਿੰਧੂ ਨਾ ਇਹ ਇੰਡਸ ਦਾ ਹੀ ਪੁਰਾਣਾ ਨਾਮ ਹੈ, ਮਤਲਬ एंशिएंट नेम है ਸਿੰਧੂ। ਤੇ ਅਸੀਂ ਹੁਣ ਦੇਖਾਂਗੇ ਕਿ ਜਿਹੜੀਆਂ ਸਾਡੀਆਂ ਇੰਡਸ ਦੀ ਜਿਹੜੀ ਟ੍ਰਿਬਿਊਟਰੀਜ਼ ਨੇ ਉਹਨਾਂ ਦੇ 올ਡ ਨੇਮ ਕੀ ਸੀ, एंशिएंट ਟਾਈਮ ਤੇ ਇਹਨਾਂ ਨੂੰ ਕਿਹੜੇ ਨਾਮਾਂ ਨਾਲ ਬੁਲਾਇਆ ਜਾਂਦਾ ਸੀਗਾ, ਤੇ ਆਰੀਅਨਸ ਇਹਨਾਂ ਨੂੰ ਕੀ ਕਹਿ ਕੇ ਬੁਲਾਇਆ ਸੀ। ਫਸਟ ਅਸੀਂ ਨੋਟ ਕਰਾਂਗੇ ਇੰਡਸ ਰਿਵਰ। ਇੰਡਸ ਨੂੰ ਸਿੰਧੂ ਕਿਹਾ ਗਿਆ ਆਰੀਅਨਸ ਦੇ ਟਾਈਮ ਤੇ। ਜਿਹੜੀ ਸਿੰਧੂ ਨਦੀ ਹੈ ਇਹਦਾ ਹੀ ਨਾਮ ਸੀਗਾ ਸਪਤ ਸਿੰਧੂ, ਤੇ ਇਹਦੀ ਇੱਕ ਟ੍ਰਿਬਿਊਟਰੀ ਸੀਗੀ ਕੁਰਮ। ਟ੍ਰਿਬਿਊਟਰੀ ਸੀ ਸਿੰਧੂ ਦੀ। ਸਿੰਧੂ ਜਿਹੜੀ ਕੁਰਮ ਹੈ ਇਹਨੂੰ ਕੁਰਮੂ ਵੀ ਕਿਹਾ ਜਾਂਦਾ ਹੈ, ਆਲਸੋ ਕਾਲਡ ਕੁਰਮੂ। ਠੀਕ ਹੈ ਜੀ। ਇਸ ਤੋਂ ਅੱਗੇ ਸੈਕਿੰਡ ਹੈਗੀ ਜੇਹਲਮ। ਜਿਹੜੀ ਜੇਹਲਮ ਹੈ ਇਹਨੂੰ ਵੀ ਤਾਸਤਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੀ ਥਰਡ ਨੰਬਰ ਤੇ ਚਿਨਾਬ। ਚਿਨਾਬ ਨੂੰ ਅਸ਼ਕਨੀ
ਕਿਵੇਂ। ਉਸ ਤੋਂ ਬਾਅਦ ਆ ਜਾਂਦੀ 4th ਤੇ ਰਾਵੀ। ਰਾਵੀ ਨੂੰ ਕਿਹਾ ਜਾਂਦਾ ਹੈ ਪੁਰੂਸ਼ਨੀ। 5th ਆਂਦੀ ਬਿਆਸ। ਬਿਆਸ ਨੂੰ ਕਹਿੰਦੇ ਵਿਪਾਸਾ ਜਾਂ ਵਿਪਾਸ, ਜਾਂ ਫਿਰ ਵਿਪਾਸ ਵੀ ਕਿਤੇ ਕਿਹਾ ਜਾਂਦਾ। ਸਤਲੁਜ। ਸਤਲੁਜ, ਜਿਹੜੀ ਸਤਲੁਜ ਰਿਵਰ ਹੈ ਇਹਨੂੰ ਕਿਹਾ ਜਾਂਦਾ ਸ਼ਤੁਬਰੀ। ਇਸ ਤੋਂ ਬਾਅਦ ਨੇ ਸਰਸਵਤੀ। ਸਰਸਵਤੀ, ਇਹਨੂੰ ਸਰਸਵਤੀ। ਜਾਂ ਨਦੀ ਤਰਨ ਵੀ ਕਿਹਾ ਜਾਂਦਾ ਹੈ। ਸਰਸਵਤੀ ਜਾਂ ਨਦੀ ਤਰਨ ਕਿਹਾ ਜਾਂਦਾ ਹੈਗਾ ਸਰਸਵਤੀ ਨਦੀ ਨੂੰ। ਇਸ ਤੋਂ ਬਾਅਦ ਆਉਂਦੀ ਘੱਗਰ। ਜਿਹੜੀ ਘੱਗਰ ਇਹਨੂੰ ਦ੍ਰਿਸ਼ਡਾਵਤੀ। ਦ੍ਰਿਸ਼ਡਾਵਤੀ। ਤੇ ਜਿਹੜੀ ਘੱਗਰ ਰਿਵਰ ਸੀ ਪੁਰਾਣੇ ਸਮੇਂ ਵਿੱਚ ਸਰਸਵਤੀ ਦੀ ਟ੍ਰਿਬਿਊਟਰੀ ਸੀ। Ancient time, ਪੁਰਾਣੇ ਸਮੇਂ ਵਿੱਚ ਇਹ ਸਰਸਵਤੀ ਦੀ ਟ੍ਰਿਬਿਊਟਰੀ ਸੀਗੀ। ਠੀਕ ਹੈ ਜੀ। ਹੁਣ ਅਸੀਂ ਦੇਖਦੇ ਹਾਂ ਵੈਦਿਕ ਏਜ ਬਾਰੇ। ਜਿਹੜੀ ਵੈਦਿਕ ਏਜ ਸੀ ਵੈਦਿਕ ਏਜ ਇਹ ਦੋ ਪਾਰਟਸ ਚ ਡਿਵਾਈਡ ਸੀ। ਤੇ ਇੱਕ ਸੀ अर्ਲੀ ਵੈਦਿਕ ਏਜ, ਵੈਦਿਕ ਏਜ, ਇੱਕ ਸੀਗੀ ਲੇਟਰ ਵੈਦਿਕ ਏਜ। ਠੀਕ ਹੈ ਜੀ। ਜਿਹੜਾ अर्ਲੀ ਵੈਦਿਕ ਏਜ ਹੈ ਇਹਨੂੰ ਰਿਗਵੈਦਿਕ ਏਜ ਵੀ ਕਿਹਾ ਗਿਆ ਸੀ। ਰਿਗਵੈਦਿਕ ਏਜ ਵੀ ਕਿਹਾ ਜਾਂਦਾ ਜਾਂ ਵੈਦਿਕ ਏਜ ਵੀ। ਏਜ ਤੇ ਜੇ ਤੁਹਾਨੂੰ ਪੁੱਛਿਆ ਜਾਵੇ ਜਿਹੜਾ ਵੈਦਿਕ ਏਜ ਸੀ ਇਹਦਾ ਟੋਟਲ ਟਾਈਮ ਪੀਰੀਅਡ ਜਿਹੜਾ ਸੀਗਾ ਉਹ 1500 BC ਤੋਂ ਲੈ ਕੇ 600 BC ਤੱਕ ਦਾ ਸੀਗਾ। ਇਹ ਸਾਰਾ ਟਾਈਮ ਪੀਰੀਅਡ ਹੈਗਾ ਵੈਦਿਕ ਏਜ ਦਾ। ਤੇ ਜੇ ਪੁੱਛਿਆ ਜਾਵੇ अर्ਲੀ ਵੈਦਿਕ ਏਜ ਦਾ ਟਾਈਮ ਪੀਰੀਅਡ ਤੇ ਲੇਟਰ ਵੈਦਿਕ ਏਜ ਦਾ ਟਾਈਮ ਪੀਰੀਅਡ, ਇਹਦਾ ਜਿਹੜਾ अर्ਲੀ ਵੈਦਿਕ ਏਜ ਦਾ ਟਾਈਮ ਪੀਰੀਅਡ ਸੀ ਉਹ ਸੀਗਾ 1500 BC ਤੋਂ ਲੈ ਕੇ 1000 BC। ਆਹ ਵਾਲਾ ਟਾਈਮ ਪੀਰੀਅਡ ਸੀਗਾ। ਤੇ ਜੇ ਪੁੱਛਿਆ ਲੇਟਰ ਵੈਦਿਕ ਏਜ ਦਾ ਟਾਈਮ ਪੀਰੀਅਡ ਤਾਂ 1000 BC ਤੋਂ 600 BC।
ठीक है स्टूडेंट। ਕਹਿੰਦੇ ਨੇ ਜਿਹੜਾ ਓਰੀਜਨ ਆਰੀਅਨਸ ਦਾ ਸੀ ਉਹ ਹਾਲੇ ਵੀ ਕੰਟਰੋਵਰਸੀ ਉਹਦੇ ਤੇ ਚੱਲ ਰਹੀ ਕਿ ਇਹ ਕਿੱਥੋਂ ਆਏ ਸੀ, ਤੇ ਅਲੱਗ-ਅਲੱਗ ਜਿਹੜੇ ਵਿਦਵਾਨ ਸੀ ਉਹਨਾਂ ਨੇ ਆਪਣੇ ਅਲੱਗ-ਅਲੱਗ ਵਿਚਾਰ ਦਿੱਤੇ ਆ। ਕੋਈ ਕਹਿ ਰਿਹਾ ਕਿ ਇਹ ਸੈਂਟਰਲ ਏਸ਼ੀਆ ਤੋਂ ਆਏ ਨੇ, ਕੋਈ ਕਹਿੰਦਾ ਰੀਜਨ ਤੋਂ ਆਏ ਨੇ, ਤੇ ਕੋਈ ਕਹਿੰਦਾ ਇਹ ਯੂਰਪ ਤੋਂ ਆਏ ਨੇ। ਤੇ ਅਸੀਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਇਤਿਹਾਸਕਾਰਾਂ ਨੇ ਕੀ ਕਿਹਾ ਹੈ, ਤੇ ਉਹਨਾਂ 'ਚ ਅਸੀਂ ਕੁਝ ਇੰਪੋਰਟੈਂਟ ਇਤਿਹਾਸਕਾਰਾਂ ਬਾਰੇ ਜਾਣਦੇ ਹਾਂ, ਜਿਵੇਂ ਕਿ ਮੈਕਸ ਮਿਲਰ। The origin of Aryans still remain controversial. ਕਹਿੰਦੇ ਹਾਲੇ ਵੀ ਇਹ ਚੀਜ਼ ਤੇ ਕੰਟਰੋਵਰਸੀ ਚੱਲ ਰਹੀ ਹੈ, ਮਤਭੇਦ ਹੈ ਕਿ ਇਹ ਕਿੱਥੋਂ ਆਇਆ। ਤੇ ਜੇ ਅਸੀਂ ਦੇਖਦੇ ਹਾਂ ਮੈਕਸ ਮੁਲਰ ਕੀ ਕਹਿੰਦਾ ਹੈ, ਮੈਕਸ ਮੁਲਰ ਕਹਿੰਦਾ ਆਰੀਅਨਸ ਕੇਮ ਫਰੋਮ ਸੈਂਟਰਲ ਏਸ਼ੀਆ। ਠੀਕ ਹੈ ਜੀ। ਤੇ ਜਿਹੜਾ ਦਇਆਨੰਦ ਸਰਸਵਤੀ ਕਹਿੰਦਾ ਉਹ ਕਹਿੰਦਾ ਤਿੱਬਤ ਤੋਂ ਆਏ ਨੇ। ਦਇਆਨੰਦ ਸਰਸਵਤੀ ਜਿਹੜਾ ਇਹ ਪਰਸਨ ਇਹ ਕਹਿੰਦਾ ਆਰੀਅਨਸ ਕੇਮ ਫਰੋਮ ਤਿੱਬਤ। ਇਸ ਤੋਂ ਇਲਾਵਾ ਅੱਗੇ ਪਰਸਨ ਹੈ ਬਾਲ ਗੰਗਾਧਰ ਤਿਲਕ। ਜਿਹੜੇ ਬਾਲ ਗੰਗਾਧਰ ਤਿਲਕ ਨੇ ਇਹ ਕਹਿੰਦੇ ਨੇ ਕਿ ਜਿਹੜੇ ਆਰੀਅਨਸ ਨੇ ਇਹ ਆਏ ਨੇ ਆਰਕਟਿਕ ਰੀਜਨ ਤੋਂ। ਬੰਦਾ ਤਾਂ ਗਰਮ ਖਿਆਲੀ ਸੀ ਪਰ ਵਿਚਾਰ ਆਪਣਾ ਥੋੜਾ ਠੰਡਾ ਦੇ ਗਿਆ। ਤੇ ਇਹਦੀ ਬੁੱਕ ਹੈਗੀ ਹੈ ਆਰਕਟਿਕ ਹੋਮ ਆਫ ਵੇਦਾਸ। ਇਹਦੀ ਬੁੱਕ ਦਾ ਨਾਮ ਵੀ ਤੁਸੀਂ ਯਾਦ ਰੱਖੋਗੇ, ਹਿਸ ਬੁੱਕ। ਇੱਕ ਪਰਸਨ ਹੈ ਵਿਲੀਅਮ ਜੋਨਸ। ਇਹ ਕਹਿੰਦਾ ਆਰੀਅਨਸ ਕੇਮ ਫਰੋਮ ਯੂਰਪ। from Europe।
ठीक है जी। ਹੁਣ ਅਸੀਂ ਥੋੜਾ ਡਿਫਰੈਂਸ ਦੇਖਾਂਗੇ ਆਰੀਅਨਸ ਤੇ ਇੰਡਸ ਵੈਲੀ ਪੀਪਲ ਜਿਹੜੇ ਸਿਵਲਾਈਜੇਸ਼ਨ ਦੇ ਲੋਕ ਸੀ ਉਹਨਾਂ ਵਿੱਚ ਤੇ ਇਹਨਾਂ ਵਿੱਚ ਕੀ ਡਿਫਰੈਂਸ ਸੀ, ਕੀ ਅੰਤਰ ਸੀ। ਜਿਹੜੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਸੀਗੇ, ਇੱਕ ਸਾਈਡ ਅਸੀਂ ਲਿਖ ਲੈਂਦੇ ਹਾਂ ਆਰੀਅਨਸ, ठीक है। जब वैदिक वैदिक एज के लोग वैदिक भी लिख सकते हैं। कहते इन्हों के टाइम पीरियड से सानू हॉर्स नहीं मिला। तो दूजे पासे जिहड़े वैदिक एज के लोग सीगे यानी आर्यन सीगे, हॉर्स उन्हों का फेवरेट सीगा। फेवरेट एनीमल सीगा, एनीमल। जे सैंकिड असीं देखिए तो सैंकिड जो की है ये वर्शिप करते सी पीपल ट्री की। पीपल ट्री ते जिहड़े आर्यन सीगे यानी वैदिक एज के लोग सीगे ये बनियान ट्री की वर्शिप करते सीगे। बनियान जिहड़ा बनियान ट्री हुंदा इहनूं पंजाबी विच बोड़ कहंदे आ। तो इंडस वैली सिविलाइजेशन के टाइम तक कोई सानू बैटल नहीं देखने को मिली, कोई बैटल हुई नहीं। तो इत्थे सानू बैटल देखने को मिली 10 किंग्स की बैटल जी, भरता किंग, भरता ट्राइब सी जिवें ਉਹਦਾ ਇੱਕ ਕਿੰਗ ਸੀਗਾ ਵਰਸਸ 10 ਕਿੰਗਸ ਬੈਟਲ। ਜਿਹਦੇ ਚੋਂ ਭਰਤਾ ਟਰਾਈਬ ਜਿੱਤ ਜਾਂਦੀ ਹੈ। ठीक है जी। देखते अर्ली वैदिक एज बारे। जो ऋग्वेद सी उसे इसे टाइम पर लिखा गया सी। तो क्या गया ऋग्वेदा इज द ओल्डेस्ट स्क्रिप्चर है। ऑफ द वर्ल्ड संसार का सब तो पुराना ग्रंथ जिहड़ा है वो ऋग्वेद ही है। तो ये 1028 मंत्र ने। ਜਿਹੜੇ ਅੱਗੇ 10 ਬੁక్స్ ਵਿੱਚ ਵੰਡੇ ਗਏ ਨੇ, divided into 10 books called
ਜਿਹੜੇ 10 ਬੁੱਕਸ 'ਚ ਇਹ ਅੱਗੇ ਡਿਵਾਈਡ ਕੀਤੇ ਗਏ ਨੇ, ਇਹਨਾਂ ਨੂੰ ਕੀ ਕਿਹਾ ਜਾਂਦਾ? ਇਹਨਾਂ ਨੂੰ ਕਿਹਾ ਜਾਂਦਾ ਮੰਡਲ। ਮੰਡਲ ਤੇ ਜਿਹੜੇ ਮੰਡਲ ਨੇ ਕੋਈ ਸੀਕੁਐਂਸ ਵਿੱਚ ਨਹੀਂ ਲਿਖੇ ਗਏ, ਜਿਹੜੇ ਮੰਡਲ ਆ ਇਹ ਸੀਕੁਐਂਸ ਵਿੱਚ ਨਹੀਂ ਲਿਖੇ ਗਏ। ਇਹ ਜਿਹੜਾ ਦੂਜਾ ਤੇ 7ਵਾਂ ਮੰਡਲ ਆ ਇਹ ਸਭ ਤੋਂ ਮਤਲਬ ਪੁਰਾਣੇ ਮੰਡਲ ਨੇ, ਪਹਿਲਾਂ ਲਿਖੇ ਗਏ ਆ। ਦੋ ਤੋਂ 7 ਤੱਕ ਜਿਹੜੇ ਮੰਡਲ ਹੈਗੇ ਆ ਇਹ ਹੈਗੇ ਨੇ ਓਲਡੈਸਟ 1 ਐਂਡ 10th ਮੰਡਲ ਜਿਹੜੇ ਇਹ ਹੈਗੇ ਨੇ ਨਿਊਐਸਟ, ਜਾਨੀ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਸਭ ਤੋਂ ਜ਼ਿਆਦਾ ਮੈਂਸ਼ਨ ਕੀਤੀ ਗਈ ਰਿਵਰ ਹੈ ਜਿਹਨੂੰ ਰਿਗਵੈਦ 'ਚ ਮੈਂਸ਼ਨ ਕੀਤਾ ਗਿਆ ਤਾਂ ਉਹ ਸਿੰਧੂ ਨਦੀ ਹੈ। ਹੈਗੀ ਸਿੰਧੂ। ਸਭ ਤੋਂ ਜ਼ਿਆਦਾ ਜ਼ਿਕਰ ਸਾਨੂੰ ਸਿੰਧੂ ਨਦੀ ਦਾ ਮਿਲਿਆ ਹੈ ਰਿਗਵੈਦਿਕ ਟਾਈਮ ਪੀਰੀਅਡ ਵਿੱਚ, ਤੇ ਮੋਸਟ ਹੌਲੀਐਸਟ ਰਿਵਰ ਜਿਹੜੀ ਹੈ ਰਿਗਵੈਦਾ ਟਾਈਮ ਦੀ ਉਹ ਸਰਸਵਤੀ ਹੈ। ਜਿਹਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ ਉਸ ਟਾਈਮ ਉਹ ਹੈਗੇ ਸਰਸਵਤੀ। ਜਿਹੜਾ 3rd ਮੰਡਲ ਹੈ ਕਹਿੰਦੇ ਫਰੋਮ 3rd ਮੰਡਲ, ਗਾਇਤਰੀ ਮੰਤਰ ਸਾਡਾ ਇੱਥੋਂ ਲਿਆ ਗਿਆ। our गायत्री मंत्र taken। डेडिकेटेड टू सन गॉड, डेडिकेट किया गया टू सन गॉड। सन गॉड का नाम क्या? सावित्री। ਜਿਹੜਾ ਇਹ ਗਾयत्री मंत्र है ये लिखा गया है विश्वामित्र द्वारा। विश्वामित्र
ਹੁਣ ਅਸੀਂ अर्ली वैदिक एज ਦੇ ਇੰਪੋਰਟੈਂਟ ਗੋਡ ਦੇਖਾਂਗੇ। कुछ गॉड्स अर्ली वैदिक एज ਦੇ ਜਿਹੜੇ ਗੋਡ ਆ ਉਹਨਾਂ ਚੋਂ ਫਸਟ ਗੋਡ ਸੀ ਇੰਦਰ। ਜਿਹੜਾ ਇੰਦਰ है इनू रेन गॉड या गॉड ऑफ वार किया गया। रेन गॉड या फिर गॉड ऑफ वार या पुरंदर। पुरंदर मीन्स होंदा तबाही। ठीक है जी। उस तो अगला गॉड है अग्नि। ये फायर गॉड है। क्या जाता जो अग्नि है ये मैन ते गॉड दे विच जिहड़ा इंटरमीडिएट का काम करता, उन्हां दे विच एक विचोले का काम करता है। उस तो बाद आ जाता वरुण, ये जड़ा एथिकली हाईएस्ट। नैतिक तौर पर उच्चा गॉड मन्निया जाता है। नैतिक तौर पर सब तो उच्चा। ठीक है। कहते जो भी संसार विच वापरदा है तो जो भी हो रहा है वो सब वरुण की इच्छा नाल हो रहा है, मन्निया जाता सी उस टाइम। थर्ड है डायूस। फोर्थ है दायूस। जोड़ा दायूस है ओल्डेस्ट गॉड मन्निया गया। ओल्डेस्ट गॉड सब तो पुराना गॉड भी यही है। जिन्हों फादर ऑफ वर्ल्ड भी कहा जाता है। कहा जाता है कि नहीं सारा संसार दासियों गॉड ने बनाया। उस टाइम जी ऋग्वैदिक सोसाइटी सी वो 4 वर्णां विच वंडी हुई सीगी। चार वर्ण वंडे सी जिहड़े 4 वर्ण सीगे उन्हां दी क्लासीफिकेशन सानू 10th मंडल विच मिलदी है।
ਪਹਿਲਾਂ ਅਸੀਂ 4 ਵਰਨਾਂ ਦੇ ਨਾਮ ਹੀ ਲਿਖ ਲੈਂਦੇ ਆ। ਬ੍ਰਾਹਮਣ, क्षत्रिय, क्षत्रियस ਜਿਹੜੇ ਸੀ। ਥਰਡ ਆ ਜਾਂਦੇ ਹੈਗੇ ਆ ਵੈਸ਼ਿਆ, ਫੋਰਥ ਆ ਜਾਂਦੇ ਆ ਸ਼ੂਦਰ, ਹੁਣ ਇਹ ਜਿਹੜੀ ਕਲਾਸੀਫਿਕੇਸ਼ਨ ਸੀ ਇਹ ਉਹਨਾਂ ਦੇ ਕੰਮ ਦੇ ਅਕੋਰਡਿੰਗ ਕੀਤੀ ਗਈ ਸੀ ਉਸ ਟਾਈਮ। ਜਿਹੜੇ ਬ੍ਰਾਹਮਣ ਸੀ ਇਹਦੇ ਚੋਂ ਟੀਚਰ, ਪ੍ਰੀਸਟ ਤੇ ਸਕਾਲਰ ਆ ਜਾਂਦੇ ਸੀਗੇ। ਟੀਚਰ, ਪ੍ਰੀਸਟ ਪੁਜਾਰੀ, ਸਕਾਲਰ ਵਿਦਵਾਨ, ਠੀਕ ਹੈ। ਤੇ ਜਿਹੜੇ ਕਸ਼ਤਰੀਆ ਸੀਗੇ ਇਹ ਵਾਰੀਅਰ ਸੀਗੇ, ਯੋਧੇ। ਜਿਨ੍ਹਾਂ ਨੂੰ ਯੋਧੇ ਕਿਹਾ ਜਾਂਦਾ, ਜਿਹੜੇ ਲੜਾਈਆਂ ਵਗੈਰਾ ਲੜਦੇ ਸੀਗੇ। ਵੈਸ਼ਿਆ ਚ ਆ ਜਾਂਦੇ ਸੀ ਐਗਰੀਕਲਚਰਿਸਟ ਤੇ ਟ੍ਰੇਡਰ, ਵਪਾਰੀ ਆ ਜਾਂਦੇ ਸੀ। ਵਪਾਰੀ ਤੇ ਕਿਸਾਨ ਹੁੰਦੇ ਸੀਗੇ। ਸ਼ੂਦਰ ਚ ਜਿਹੜੇ ਸੀ ਲੇਬਰ ਕਲਾਸ ਆ ਜਾਂਦੀ ਸੀਗੀ, ਲੇਬਰ ਆ ਜਾਂਦੀ ਸੀ। ਜਾਂ ਉੱਪਰਲੇ ਤਿੰਨਾਂ ਦੇ ਜਿਹੜੇ ਸਰਵੈਂਟ ਹੁੰਦੇ ਸੀਗੇ। ਕਹਿੰਦੇ ਜਿਹੜੀ ਕਲਾਸੀਫਿਕੇਸ਼ਨ ਸੀ ਇਹ ਬੇਸਡ ਸੀ ਆਕੂਪੇਸ਼ਨ ਤੇ। occupation, पर की होया जिवें लेटर वैदिक पीरियड है हेरिडिटरी बन गई। ਜਿਹੜਾ ਕੰਮ ਪਹਿਲਾਂ ਕਲਾਸੀਫਿਕੇਸ਼ਨ ਸੀ ਜਿਹੜੀ ਇਹ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕੀਤੀ ਜਾਂਦੀ ਸੀ, ਬਾਅਦ ਚ ਹੈਰੀਡੇਟਰੀ ਹੋ ਗਏ। ਜਿਵੇਂ ਕਿ ਬ੍ਰਾਹਮਣ ਦਾ ਮੁੰਡਾ ਬ੍ਰਾਹਮਣ ਹੀ ਹੋਊਗਾ ਤੇ ਜਿਹੜਾ ਫਾਰਮਰ ਦਾ ਮੁੰਡਾ ਫਾਰਮਰ ਹੋਊਗਾ ਤੇ ਲੇਬਰ ਦਾ ਮੁੰਡਾ ਲੇਬਰ ਹੀ ਹੋਊਗਾ। ਜਿਵੇਂ ਸ਼ੂਦਰ ਉਹਨਾਂ ਤੇ ਪੱਕਾ ਟੈਗ ਲੱਗ ਗਿਆ ਸੀਗਾ ਇਸ ਚੀਜ਼ ਦਾ। ਤੇ ਜਿਹੜੀ ਇਹ ਸਾਰੀ ਸਾਨੂੰ ਜਾਣਕਾਰੀ ਹੈ ਨਾ ਇਹ ਸਾਨੂੰ 10ਵੇਂ ਮੰਡਲ ਤੋਂ ਮਿਲਦੀ ਹੈ। ਜਿਹੜੀ ਕਲਾਸੀਫਿਕੇਸ਼ਨ ਕੀਤੀ ਹੋਈ ਨਾ ਦਿਸ ਕਲਾਸੀਫਿਕੇਸ਼ਨ was given ਦਸਵਾਂ ਮੁੰਡਾ ਪੁਰੁਸ਼ੁਕਤਾ ਜਿਹੜਾ ਇਹਦੀ ਕਲਾਸੀਫਿਕੇਸ਼ਨ ਕੀਤੀ ਗਈ ਸੀਗੀ ਮਹਾਸੁਕਤਿਆਸ ਦੁਆਰਾ। ਮਹਾਸੁਕਤਿਆਸ ਨਾਂ ਦੇ ਪਰਸਨ ਨੇ ਪੁਰੁਸ਼ੁਕਤਾ ਵਿੱਚ ਇਹ ਸਾਰੀਆਂ 4 ਜਿਹੜੀਆਂ ਕਲਾਸੀਫਿਕੇਸ਼ਨ ਨੇ ਇਹ ਦੱਸੀਆਂ ਹੈਗੀਆਂ। ਜਿਹੜਾ ਫਸਟ ਵਰਡ ਸੀ ਰਿਗਵੇਦਾ ਦਾ ਉਹ ਸੀਗਾ ਅਗਨੀ।
ਰਿਗਵੈਦ ਦਾ ਜਿਹੜਾ ਉਹ ਅਗਨੀ ਵਰਡ ਨਾਲ ਸਟਾਰਟ ਹੁੰਦਾ, ਅਗਨੀ। ਠੀਕ ਹੈ ਜੀ ਸਟੂਡੈਂਟਸ, ਇਹ ਸੀ ਸਾਡੀ ਅੱਜ ਦੀ ਕਲਾਸ ਜਿਹਦੇ 'ਚ ਅਸੀਂ ਆਰੀਅਨਸ ਤੇ ਵੈਦਿਕ ਏਜ ਬਾਰੇ ਪੜ੍ਹਿਆ ਹੈ, ਅਤੇ ਬਾਕੀ ਅਸੀਂ ਅਗਲੀ ਕਲਾਸ 'ਚ ਕਰਾਂਗੇ। ਅਗਰ ਤੁਹਾਨੂੰ ਕਲਾਸ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਈਕ ਕਰੋ, ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।